ओम शांति। अज प्यारे बाप दादा दे 10/4/2021 ਦੇ महावचन बाबा ने अपने प्यारे बच्चों ਨੂੰ ਸਿੱਖਿਆ ਦਿੱਤੀ। मिठे बच्चे, पतित जगत तो नाता तोड़ के एक बाप नाल बुद्धि योग लगाओ तो माया तो हार नहीं हो सकती। प्रश्न है, समर्थ बाप नाल हुंदे होए भी यज्ञ विच अनेक प्रकार दे विघन क्यों पैंदे हन? कारण की है? उत्तर है, ये विघन तां ड्रामा अनुसार पैंदे ही हन, क्योंकि जदों यज्ञ विच आसुरां ने विघन पाए ताही तां पाप दा घड़ा भरे ना। इस विच बाप कुछ भी नहीं कर सकते। ये ड्रामा विच नूंद है, विघन पैणे ही हन, परंतु विघना तो तुसीं घबराउणा नहीं है। गीत है, कौन है माता कौन पिता है। ओम शांति। बेहद दे बाप ने बेहद दा फरमान, बच्चियां ने बेहद दे बाप तो फरमान सुनिया। ये तां इस जगत दे माता पिता हन। ये तां जो तुहाडा नाता है दे नाल है, परंतु दे तो पहला माता दी फिर पिता दी लागत हुंदी है, फिर भाई बंधु आदि सब दी लागत हुंदी है। तां बेहद दा बाप दा कहना है कि इस जगत विच जो तुहाडे मात पिता हन उन्हां तो बुद्धि दा योग तोड़ देवो। इस जगत नाल नाता नहीं रखो, क्योंकि ये सारे कलयुग दे छीछी माना एक तुच्छ नाते हन। जगत अर्थात दुनिया, इस पतित दुनिया तो बुद्धि दा योग तोड़ मैनू मेरे एक नाल जोड़ो अते फिर नए जगत दे नाल जोड़ो, माना सतयुगी दुनिया दे नाल जोड़ो, क्योंकि हुण तुसी मेरे पास आउणा है। सिर्फ नाता जोड़न दी गल नहीं, होर कोई गल नहीं, होर कोई तकलीफ नहीं। बाबा कहंदे सिर्फ नाता जोड़न दी ही गल है, सिर्फ नाता जोड़न दी गल है। बाबा ने कहा होर कोई तकलीफ नहीं, होर कोई गल नहीं। नाता जोड़ोगे वो जिन्हां नूं डायरैक्शन मिलता है। कौन जोड़नगे? जिन्हां नूं बाबा दा डायरैक्शन मिलता है। सतयुग विच पहला नाता अच्छा हुंदा है, सतो प्रधान फिर उतरदे जांदे हन। फिर जो सुख का नाता है वो हौली हौली घट हो जाता है। हुण तां बिल्कुल ही इस पुरानी दुनिया तो नाता तोड़ना पवे। बाबा कहंदे मेरे नाल नाता जोड़ो, श्रीमत ते चलो अते जो भी देह दे नाते हन वो सब छड़ देवो। विनाश तां होना ही है, क्योंकि दैहिक नाते जो भी हन वो सारे दुखदाई हन। किते ना किते धोखा मिलता है, दुख मिलता है, ਇਹ ਅਪਸ਼ਬਦਾਂ ਦਾ ਪ੍ਰਯੋਗ ਹੁੰਦਾ ਹੈ ਤਾਂ ਅਸੀਂ ਦੁਖੀ ਹੁੰਦੇ ਹਾਂ। ਤਾਂ ਬਾਬਾ ਕਹਿੰਦੇ ਉਹਨਾਂ ਨੂੰ ਭੁੱਲ ਜਾਵੋ, ਛੱਡ ਦੇਵੋ, ਵਿਨਾਸ਼ ਤਾਂ ਹੋਣਾ ਹੀ ਹੈ ਨਾ। ਬੱਚੇ ਜਾਣਦੇ ਹਨ ਬਾਪ ਜਿਸ ਨੂੰ ਪਰਮ ਪਿਤਾ ਪਰਮਾਤਮਾ ਕਿਹਾ ਜਾਂਦਾ ਹੈ ਉਹ ਵੀ ਡਰਾਮਾ ਅਨੁਸਾਰ ਸਰਵਿਸ ਕਰਦੇ ਹਨ। ਉਹ ਵੀ ਡਰਾਮਾ ਦੇ ਬੰਧਨ ਵਿੱਚ ਬੰਨਿਆ ਹੋਇਆ ਹੈ। ਮਨੁੱਖ ਤਾਂ ਸਮਝਦੇ ਉਹ ਸਰਵ ਸ਼ਕਤੀਵਾਨ ਹੈ। ਜਿਵੇਂ ਕ੍ਰਿਸ਼ਨ ਨੂੰ ਸਰਵ ਸ਼ਕਤੀਵਾਨ ਮੰਨਦੇ ਹਨ, ਉਸ ਨੂੰ ਸਵਦਰਸ਼ਨ ਚੱਕਰ ਦੇ ਦਿੱਤਾ ਸਮਝਦੇ ਹਨ, ਉਸ ਨਾਲ ਗਲਾ ਕੱਟਦੇ ਹਨ। ਪਰੰਤੂ ਇਸ ਤਰ੍ਹਾਂ ਨਹੀਂ ਹੈ ਕਿ ਦੇਵਤੇ ਕੋਈ ਹਿੰਸਾ ਦਾ ਕੰਮ ਕਰਦੇ। ਹਿੰਸਾ ਦਾ ਕੰਮ ਦੇਵਤੇ ਕਿਸ ਤਰ੍ਹਾਂ ਕਰਨਗੇ? ਉਹ ਤਾਂ ਕਰ ਹੀ ਨਹੀਂ ਸਕਦੇ। ਦੇਵਤਿਆਂ ਦੇ ਲਈ ਤਾਂ ਕਿਹਾ ਜਾਂਦਾ ਹੈ ਅਹਿੰਸਾ ਪਰਮੋ ਧਰਮ ਸੀ। ਉਹਨਾਂ ਵਿੱਚ ਹਿੰਸਾ ਕਿੱਥੋਂ ਆਈ? ਜਿਸ ਨੂੰ ਜੋ ਆਇਆ ਉਹ ਬੈਠ ਕੇ ਲਿਖ ਦਿੱਤਾ। ਕਿੰਨੀ ਧਰਮ ਦੀ ਗਲਾਨੀ ਹੋਈ। ਬਾਬਾ ਕਹਿੰਦੇ ਇਹਨਾਂ ਸ਼ਾਸਤਰਾਂ ਵਿੱਚ ਤਾਂ ਸੱਚਮੁੱਚ ਬਿਲਕੁਲ ਆਟੇ ਦੇ ਵਾਂਗ ਨਮਕ ਮਿਸਲ ਸੱਚ ਹੈ, ਮਾਨਾ ਥੋੜਾ ਜਿਹਾ ਸੱਚ ਹੈ। ਜਿਵੇਂ ਆਪਾਂ ਆਟੇ ਦੇ ਵਿੱਚ ਨੂਣ ਮਿਲਾ ਲਈਏ। ਇਹ ਵੀ ਲਿਖਿਆ ਹੈ ਕਿ ਰੁਦਰ ਗਿਆਨ ਯੱਗ ਰਚਿਆ ਸੀ, ਉਸ ਵਿੱਚ ਆਸੁਰਾਂ ਨੇ ਵਿਘਨ ਪਾਏ ਸੀ, ਅਬਲਾਵਾਂ ਤੇ ਅਤਿਆਚਾਰ ਹੋਏ ਸੀ। ਉਹ ਤਾਂ ਸਭ ਠੀਕ ਲਿਖਿਆ ਹੈ। ਹੁਣ ਤੁਸੀਂ ਸਮਝਦੇ ਹੋ ਕਿ ਸ਼ਾਸਤਰਾਂ ਵਿੱਚ ਸੱਚ ਕੀ ਹੈ ਅਤੇ ਝੂਠ ਕੀ ਹੈ। ਭਗਵਾਨ ਖੁਦ ਕਹਿੰਦੇ ਹਨ ਕਿ ਇਸ ਰੁਦਰ ਗਿਆਨ ਯੱਗ ਵਿੱਚ ਵਿਘਨ ਤਾਂ ਪੈਂਦੇ ਜ਼ਰੂਰ ਹਨ,
ਡਰਾਮਾ ਵਿੱਚ ਨਹੁੰਦੇ ਹੈ ਨਾ, ਇਸ ਤਰ੍ਹਾਂ ਨਹੀਂ ਕਿ ਪਰਮਾਤਮਾ ਨਾਲ ਹੈ ਤਾਂ ਵਿਘਨਾਂ ਨੂੰ ਹਟਾ ਦੇਣਗੇ। ਇਸ ਵਿੱਚ ਬਾਪ ਕੀ ਕਰਨਗੇ? ਡਰਾਮਾ ਵਿੱਚ ਹੋਣ ਦਾ ਹੀ ਹੈ। ਇਹ ਸਾਰੇ ਵਿਘਨ ਪਾਉਣ ਤਾਂ ਹੀ ਤਾਂ ਪਾਪ ਦਾ ਘੜਾ ਭਰੇਗਾ ਨਾ। ਬਾਬਾ ਸਮਝਾਉਂਦੇ ਡਰਾਮਾ ਵਿੱਚ ਜੋ ਨੂੰਦ ਹੈ ਉਹੀ ਹੋਣਾ ਹੈ। ਅਸੁਰਾਂ ਦੇ ਵਿਘਨ ਜ਼ਰੂਰ ਪੈਣਗੇ। ਆਪਣੀ ਰਾਜਧਾਨੀ ਜੋ ਸਥਾਪਨ ਹੋ ਰਹੀ ਹੈ, ਅੱਧਾ ਕਲਪ ਮਾਇਆ ਦੇ ਰਾਜ ਵਿੱਚ ਮਨੁੱਖ ਕਿੰਨਾ ਤਮੋ ਪ੍ਰਧਾਨ ਬੁੱਧੀ ਭ੍ਰਸ਼ਟਾਚਾਰੀ ਬਣ ਜਾਂਦੇ ਹਨ। ਫਿਰ ਉਹਨਾਂ ਨੂੰ ਸ੍ਰੇਸ਼ਟਾਚਾਰੀ ਬਣਾਉਣਾ ਬਾਪ ਦਾ ਕੰਮ ਹੈ ਨਾ। ਅੱਧਾ ਕਲਪ ਲੱਗਦਾ ਹੈ ਭ੍ਰਸ਼ਟਾਚਾਰੀ ਬਣਨ ਵਿੱਚ, ਫਿਰ 1 ਸੈਕਿੰਡ ਵਿੱਚ ਬਾਪ ਸ੍ਰੇਸ਼ਟਾਚਾਰੀ ਬਣਾਉਂਦੇ ਹਨ। ਨਿਸ਼ਚੇ ਹੋਣ ਵਿੱਚ ਦੇਰ ਤਾਂ ਥੋੜ੍ਹੀ ਜਿਹੀ ਲੱਗਦੀ ਹੈ ਨਾ। ਇੱਦਾਂ ਦੇ ਬਹੁਤ ਬੱਚੇ ਹਨ ਜਿਨ੍ਹਾਂ ਨੂੰ ਨਿਸ਼ਚੇ ਹੁੰਦਾ ਹੈ, ਝਟ ਪ੍ਰਤਿਗਿਆ ਕਰਦੇ ਹਨ, ਪਰੰਤੂ ਮਾਇਆ ਫਿਰ ਵੀ ਬਹੁਤ ਪਹਿਲਵਾਨ ਹੈ ਨਾ ਕੁਝ ਮਨਸਾ ਵਿੱਚ ਤੂਫਾਨ ਲੈ ਆਉਂਦੀ ਹੈ। ਪੁਰਸ਼ਾਰਥ ਕਰਕੇ ਕਰਮਣਾ ਵਿੱਚ ਨਹੀਂ ਆਉਣਾ ਹੈ। ਸਭ ਪੁਰਸ਼ਾਰਥ ਕਰ ਰਹੇ ਹਨ, ਕਰਮਾਤੀਤ ਅਵਸਥਾ ਤਾਂ ਹੋਈ ਨਹੀਂ। ਕੁਝ ਨਾ ਕੁਝ ਕਰਮ ਇੰਦਰੀਆਂ ਤੋਂ ਹੋ ਜਾਂਦਾ ਹੈ। ਕਰਮਾਤੀਤ ਅਵਸਥਾ ਤੱਕ ਪਹੁੰਚਣ ਦੇ ਵਿਚਕਾਰ ਵਿਘਨ ਤਾਂ ਜ਼ਰੂਰ ਪੈਣਗੇ। ਬਾਬਾ ਨੇ ਸਮਝਾਇਆ, ਪੁਰਸ਼ਾਰਥ ਕਰਦੇ ਕਰਦੇ ਅੰਤ ਵਿੱਚ ਜਾ ਕੇ ਕਰਮਾਤੀਤ ਅਵਸਥਾ ਹੋਣੀ ਹੈ, ਹੁੰਦੀ ਹੈ। ਫਿਰ ਇਸ ਸਰੀਰ ਨੂੰ ਰਹਿਣਾ ਨਹੀਂ ਹੈ, ਇਸ ਵਿੱਚ ਟਾਈਮ ਲੱਗਦਾ ਹੈ। ਵਿਘਨ ਕੁਛ ਨਾ ਕੁਛ ਪੈਂਦੇ ਰਹਿੰਦੇ ਹਨ। ਕਿਤੇ ਮਾਇਆ ਵੀ ਹਰਾ ਦਿੰਦੀ ਹੈ, ਬਾਕਸਿੰਗ ਹੈ ਨਾ। ਬਾਬਾ ਕਹਿੰਦੇ ਕਿ ਚਾਹੁੰਦੇ ਵੀ ਹਨ ਬਾਬਾ ਦੀ ਯਾਦ ਵਿੱਚ ਰਹੀਏ, ਪਰੰਤੂ ਰਹਿ ਨਹੀਂ ਸਕਦੇ। ਬਹੁਤ ਟਾਈਮ ਹੈ, ਥੋੜਾ ਬਹੁਤ ਟਾਈਮ ਜੋ ਪਿਆ ਹੈ ਉਹ ਹੌਲੀ ਹੌਲੀ ਅਵਸਥਾ ਧਾਰਨ ਕਰਨੀ ਹੈ। ਸਾਰਾ ਮਦਾਰ ਤਾਂ ਪੁਰਸ਼ਾਰਥ ਉੱਤੇ ਹੈ, ਅਟੈਂਸ਼ਨ ਦੇਣਾ ਹੈ। ਅਸੀਂ ਕਿਵੇਂ ਵੀ ਕਰਕੇ ਬਾਪ ਤੋਂ ਵਰਸਾ ਜ਼ਰੂਰ ਲੈਣਾ ਹੈ। ਮਾਇਆ ਦਾ ਸਾਹਮਣਾ ਜ਼ਰੂਰ ਕਰੋਗੇ, ਇਸ ਲਈ ਪ੍ਰਤਿਗਿਆ ਕਰਦੇ ਹਨ। ਮਾਇਆ ਵੀ ਘੱਟ ਨਹੀਂ ਹੈ, ਹਲਕੇ ਤੋਂ ਹਲਕੇ ਰੂਪ ਵਿੱਚ ਆਉਂਦੀ ਹੈ। ਰੁਸਤਮ ਦੇ ਅੱਗੇ ਬੜੇ ਜ਼ੋਰ ਨਾਲ ਬਾਬਾ ਕਹਿੰਦੇ ਮਾਰਦੀ ਹੈ ਉਸ ਨੂੰ। ਇਹ ਬੜੀ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਬਾਬਾ ਕਹਿੰਦੇ ਇਹ ਮੈਂ ਹੀ ਬੱਚਿਆਂ ਨੂੰ ਸਮਝਾਉਂਦਾ ਹਾਂ। ਮਨੁੱਖ ਤਾਂ ਸਮਝਦੇ ਕਲਯੁਗ ਹਜੇ ਬੱਚਾ ਹੈ, ਉਹਨਾਂ ਦਾ ਸਾਰਾ ਮਦਾਰ ਹੈ ਸ਼ਾਸਤਰਾਂ 'ਤੇ। ਤੁਹਾਨੂੰ ਬੱਚਿਆਂ ਨੂੰ ਤਾਂ ਬਾਬਾ ਬੈਠ ਸਾਰੇ ਸ਼ਾਸਤਰਾਂ ਦਾ ਰਾਜ ਸਮਝਾਉਂਦੇ ਹਨ। ਬਾਬਾ ਕਹਿੰਦੇ ਹੁਣ ਤੱਕ ਤੁਸੀਂ ਜੋ ਪੜ੍ਹੇ ਹੋ ਉਹ ਸਾਰਾ ਭੁੱਲ ਜਾਵੋ। ਉਸ ਨਾਲ ਕੋਈ ਸਦਗਤੀ ਨਹੀਂ ਹੁੰਦੀ। ਬੇਸ਼ੱਕ ਕਰਕੇ ਥੋੜਾ ਟਾਈਮ ਦਾ ਸੁੱਖ ਮਿਲਦਾ ਆਇਆ ਹੈ, ਸਦਾ ਸੁੱਖ ਹੀ ਮਿਲੇ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ। ਉਹ ਤਾਂ ਥੋੜੇ ਸਮੇਂ ਦਾ ਸੁੱਖ ਹੈ। ਮਨੁੱਖ ਦੁੱਖ ਵਿੱਚ ਰਹਿੰਦੇ ਹਨ। ਬਾਬਾ ਕਹਿੰਦੇ ਮਨੁੱਖ ਇਹ ਨਹੀਂ ਜਾਣਦੇ ਕਿ ਸਤਯੁਗ ਵਿੱਚ ਦੁੱਖ ਦਾ ਨਾਮ ਨਿਸ਼ਾਨ ਵੀ ਨਹੀਂ ਹੁੰਦਾ। ਉਹਨਾਂ ਨੇ ਉੱਥੇ ਦੇ ਲਈ ਵੀ ਇਸ ਤਰ੍ਹਾਂ ਦੀਆਂ ਗੱਲਾਂ ਲਿਖ ਦਿੱਤੀਆਂ ਕਿ ਉੱਥੇ ਕ੍ਰਿਸ਼ਨਪੁਰੀ ਵਿੱਚ ਕੰਸ ਸੀ, ਇਹ ਸੀ, ਕ੍ਰਿਸ਼ਨ ਨੇ ਜੇਲ੍ਹ ਵਿੱਚ ਜਨਮ ਲਿਆ। ਇਹ ਸਾਰੀਆਂ ਗੱਲਾਂ ਲਿਖ ਦਿੱਤੀਆਂ। ਹੁਣ ਸ੍ਰੀ ਕ੍ਰਿਸ਼ਨ ਸਤਯੁਗ ਦਾ ਪਹਿਲਾ ਨੰਬਰ ਪ੍ਰਿੰਸ, ਉਸਨੇ ਕੀ ਪਾਪ ਕੀਤੇ? ਪਰੰਤੂ ਇਹ ਸਾਰੀਆਂ ਦੰਤ ਕਥਾਵਾਂ ਹਨ ਜੋ ਹੁਣ ਤੁਸੀਂ ਸਮਝਦੇ ਹੋ। ਬਾਬਾ ਨੇ ਆ ਕਰਕੇ ਸੱਚ ਦੱਸਿਆ ਹੈ, ਕਿਉਂਕਿ ਬਾਪ ਸੱਚਖੰਡ ਦੀ ਸਥਾਪਨਾ ਕਰਦੇ ਹਨ। ਬਾਬਾ ਸਮਝਾਉਂਦੇ ਹਨ ਇਸ ਤਰ੍ਹਾਂ ਸ਼੍ਰੀਮਤ 'ਤੇ ਚੱਲਣ ਨਾਲ ਤੁਸੀਂ ਉੱਚਾ ਪਦ ਪਾ ਸਕੋਗੇ। ਬੱਚੇ ਜਾਣਦੇ ਹਨ ਸਾਨੂੰ ਇਹ ਪੜ੍ਹਾਈ ਪੜ੍ਹ ਕੇ ਸੂਰਯਵੰਸ਼ੀ ਮਹਾਰਾਜਾ ਮਹਾਰਾਣੀ ਬਣਨਾ ਹੈ। ਦਿਲ ਤਾਂ ਸਭ ਦੀ ਹੁੰਦੀ ਹੈ ਨਾ ਉੱਚਾ ਪਦ ਪਾਉਣ ਦੀ। ਸਭ ਦਾ ਪੁਰਸ਼ਾਰਥ ਚੱਲਦਾ ਹੈ। ਅੱਛੇ ਪੱਕੇ ਭਗਤ ਜੋ ਹੁੰਦੇ ਹਨ ਉਹ ਚਿੱਤਰ ਨਾਲ ਰੱਖਦੇ ਹਨ ਤੇ ਬਾਰ-ਬਾਰ ਉਹਨਾਂ ਦੀ ਯਾਦ ਰਹਿੰਦੀ ਹੈ। ਬਾਬਾ ਵੀ ਕਹਿੰਦੇ ਤ੍ਰਿਮੂਰਤੀ ਦਾ ਚਿੱਤਰ ਨਾਲ ਰੱਖ ਲਵੋ ਤਾਂ ਬਾਰ-ਬਾਰ ਯਾਦ ਆਵੇਗੀ। ਬਾਬਾ ਨੂੰ ਯਾਦ ਕਰਨ ਨਾਲ ਅਸੀਂ ਸੂਰਯਵੰਸ਼ੀ ਘਰਾਣੇ ਵਿੱਚ ਜਾਵਾਂਗੇ। ਸਾਨੂੰ ਬਾਬਾ ਵਿਸ਼ਵ ਦਾ ਮਾਲਿਕ ਬਣਾ ਰਹੇ ਹਨ। ਇਸ ਸਿਮਰਨ ਵਿੱਚ ਰਹਿਣ ਨਾਲ ਵੀ ਬੜੀ ਮਦਦ ਮਿਲੇਗੀ। ਜੋ ਬੱਚੇ ਸਮਝਦੇ ਯਾਦ ਬਾਰ-ਬਾਰ ਭੁੱਲ ਜਾਂਦੀ ਹੈ ਤਾਂ ਬਾਬਾ ਉਹਨਾਂ ਨੂੰ ਰਾਏ ਦਿੰਦੇ ਹਨ ਚਿੱਤਰ ਸਾਹਮਣੇ ਰੱਖ ਦਵੋ ਤਾਂ ਬਾਪ ਵੀ ਯਾਦ ਆਵੇਗਾ ਅਤੇ ਵਰਸਾ ਵੀ ਯਾਦ ਆਵੇਗਾ। ਪਰੰਤੂ ਬ੍ਰਹਮਾ ਨੂੰ ਯਾਦ ਨਹੀਂ ਕਰਨਾ। ਸਗਾਈ ਕਰਦੇ ਤਾਂ ਦਲਾਲ ਥੋੜ੍ਹੀ ਯਾਦ ਆਉਂਦਾ ਹੈ। ਤੁਸੀਂ ਬਾਬਾ ਨੂੰ ਚੰਗੀ ਤਰ੍ਹਾਂ ਯਾਦ ਕਰੋ
ਤਾਂ ਬਾਬਾ ਵੀ ਤੁਹਾਨੂੰ ਯਾਦ ਕਰੇਗਾ। ਯਾਦ ਨਾਲ ਯਾਦ ਮਿਲਦੀ ਹੈ। ਹੁਣ ਮਾਸ਼ੂਕ ਦੇ ਆਕਿਊਪੇਸ਼ਨ ਦਾ ਤੁਹਾਨੂੰ ਪਤਾ ਹੈ। ਸ਼ਿਵ ਦੇ ਕਿੰਨੇ ਢੇਰ ਭਗਤ ਹਨ, ਸ਼ਿਵ ਸ਼ਿਵ ਕਹਿੰਦੇ, ਪਰੰਤੂ ਉਹ ਰੋਂਗ ਹੈ। ਸ਼ਿਵ ਕਾਸ਼ੀ ਵਿਸ਼ਵਨਾਥ ਫਿਰ ਕਹਿੰਦੇ ਵਿਸ਼ਵਨਾਥ, ਫਿਰ ਗੰਗਾ ਕਹਿ ਦਿੰਦੇ, ਪਾਣੀ ਦੇ ਕਿਨਾਰੇ ਜਾ ਕੇ ਬੈਠਦੇ। ਸਮਝਦੇ ਨਹੀਂ ਕਿ ਗਿਆਨ ਦਾ ਸਾਗਰ ਤਾਂ ਬਾਪ ਹੈ। ਸ਼ਿਵ ਬਾਬਾ ਆ ਕੇ ਕੰਡਿਆਂ ਤੋਂ ਫੁੱਲ ਬਣਾਉਂਦੇ। ਇਹ ਵੀ ਤੁਸੀਂ ਧੰਦਾ ਕਰਦੇ ਹੋ। ਇਹਨਾਂ ਗੱਲਾਂ ਨੂੰ ਹੋਰ ਕੋਈ ਵੀ ਨਹੀਂ ਜਾਣਦੇ। ਕੋਈ ਰਾਜਾ ਰਾਣੀ ਤਾਂ ਹੈ ਨਹੀਂ ਜਿਸ ਨੂੰ ਤੁਸੀਂ ਸਮਝਾਓ। ਗਾਇਆ ਵੀ ਹੈ, ਪਾਂਡਵਾਂ ਨੂੰ 3 ਪੈਰ ਪ੍ਰithvi ਦੇ ਵੀ ਨਹੀਂ ਮਿਲਦੇ ਸੀ। ਬਾਪ ਸਮਰੱਥ ਸੀ ਤਾਂ ਉਹਨਾਂ ਨੂੰ ਵਿਸ਼ਵ ਦੀ ਬਾਦਸ਼ਾਹੀ ਦੇ ਦਿੱਤੀ। ਹੁਣ ਵੀ ਉਹੀ ਪਾਰਟ ਵੱਜੇਗਾ ਨਾ। ਬਾਬਾ ਤਾਂ ਗੁਪਤ ਹੈ। ਕ੍ਰਿਸ਼ਨ ਨੂੰ ਤਾਂ ਕੋਈ ਵੀ ਵਿਘਨ ਪੈ ਨਹੀਂ ਸਕਦੀ। ਹੁਣ ਬਾਪ ਆਏ ਹਨ, ਬਾਪ ਤੋਂ ਆ ਕੇ ਵਰਸਾ ਲੈਣਾ ਹੈ। ਇਸ ਦੇ ਲਈ ਮਿਹਨਤ ਹੈ। ਦਿਨ ਪ੍ਰਤੀ ਦਿਨ ਨਵੀਆਂ ਪੁਆਇੰਟਸ ਨਿਕਲਦੀਆਂ ਹਨ। ਦੇਖਣ ਵਿੱਚ ਆਉਂਦਾ ਹੈ, ਪ੍ਰਦਰਸ਼ਨੀ ਵਿੱਚ ਸਮਝਾਉਣ ਨਾਲ ਅੱਛਾ ਪ੍ਰਭਾਵ ਪੈਂਦਾ। ਬੁੱਧੀ ਤੋਂ ਕੰਮ ਲਿਆ ਜਾਂਦਾ ਹੈ ਕਿ ਪ੍ਰਦਰਸ਼ਨੀ ਵਿੱਚ ਅੱਛਾ ਪ੍ਰਭਾਵ ਹੁੰਦਾ ਜਾਂ ਪ੍ਰੋਜੈਕਟਰ ਨਾਲ। ਪ੍ਰਦਰਸ਼ਨੀ ਵਿੱਚ ਸਮਝਾਉਣ ਨਾਲ ਚਿਹਰਾ ਦੇਖ ਕੇ ਸਮਝਾਇਆ ਜਾਂਦਾ ਹੈ। ਸਾਹਮਣੇ ਵਾਲੀ ਆਤਮਾ ਨੂੰ ਅਸੀਂ ਸਮਝ ਸਕਦੇ ਹਾਂ। ਸਮਝਦੇ ਹੋ ਗੀਤਾ ਦਾ ਭਗਵਾਨ ਬਾਪ ਹੈ, ਤਾਂ ਬਾਪ ਤੋਂ ਵਰਸਾ ਲੈਣ ਦਾ ਹੀ ਪੁਰਸ਼ਾਰਥ ਕਰਨਾ ਹੈ। 7 ਦਿਨ ਦੇਣਾ ਹੈ। ਲਿਖ ਕੇ ਦਵੋ, ਨਹੀਂ ਤਾਂ ਬਾਹਰ ਜਾਣ ਨਾਲ ਮਾਇਆ ਭੁਲਾ ਦੇਵੇਗੀ। ਤੁਹਾਡੀ ਬੁੱਧੀ ਵਿੱਚ ਆ ਗਿਆ ਕਿ ਅਸੀਂ 84 ਦਾ ਚੱਕਰ ਲਗਾਇਆ। ਅਸੀਂ ਹੁਣ ਜਾਣਾ ਹੈ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣਨਾ ਹੈ। ਤਾਂ ਇਹ ਚਿੱਤਰ ਨਾਲ ਹੋਣੇ ਚਾਹੀਦੇ ਹਨ। ਜੋ ਕਰੇਗਾ ਸੋ ਪਾਏਗਾ। ਅੱਛਾ ਕਰੇਗਾ ਤਾਂ ਅੱਛਾ ਪਾਏਗਾ। ਮਾਇਆ ਦੀ ਮਤ ਤੇ ਸਭ ਬੁਰਾ ਕਰਦੇ ਆਏ। ਹੁਣ ਸ਼੍ਰੀਮਤ ਮਿਲਦੀ ਹੈ, ਭਲਾ ਕਰੋ ਤਾਂ ਭਲਾ ਹੋਵੇਗਾ। ਹਰ ਇੱਕ ਆਪਣੇ ਲਈ ਮਿਹਨਤ ਕਰਦੇ ਹਨ। ਜਿਵੇਂ ਦਾ ਕਰੋਗੇ ਇਸ ਤਰ੍ਹਾਂ ਹੀ ਪਾਓਗੇ। ਯਾਦ ਨਾਲ ਉਮਰ ਵੀ ਵਧੇਗੀ। ਯਾਦ ਨਾਲ ਨਿਰੋਗੀ ਬਣਨਾ ਹੈ ਤਾਂ ਕਿਉਂ ਨਾ ਅਸੀਂ ਬਾਬਾ ਦੀ ਯਾਦ ਵਿੱਚ ਰਹੀਏ। ਅੱਛਾ, ਫਿਰ ਬਾਬਾ ਨੇ ਯਾਦ ਪਿਆਰ ਦਿੱਤਾ। ਮਿੱਠੇ ਮਿੱਠੇ ਸਿੱਕੀ ਲੱਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਪੁਆਇੰਟ, ਮਾਇਆ ਦੀ ਬਾਕਸਿੰਗ ਵਿੱਚ ਕਦੇ ਵੀ ਹਾਰ ਨਾ ਹੋਵੇ, ਇਸ ਦਾ ਧਿਆਨ ਰੱਖਣਾ ਹੈ। ਕਲਪ ਪਹਿਲਾਂ ਦੀ ਸਿਮਰਤੀ ਨਾਲ ਆਪਣੀ ਅਵਸਥਾ ਨੂੰ ਜਮਾਉਣਾ ਹੈ। ਖੁਸ਼ੀ ਅਤੇ ਸ਼ਾਂਤੀ ਵਿੱਚ ਰਹਿਣਾ ਹੈ। ਦੂਸਰਾ, ਆਪਣਾ ਭਲਾ ਕਰਨ ਦੇ ਲਈ ਸ਼੍ਰੀਮਤ ਤੇ ਚੱਲਣਾ ਹੈ। ਇਸ ਪੁਰਾਣੀ ਦੁਨੀਆ ਤੋਂ ਨਾਤਾ ਤੋੜ ਦੇਣਾ ਹੈ। ਮਾਇਆ ਦੇ ਤੂਫਾਨਾਂ ਤੋਂ ਬਚਣ ਦੇ ਲਈ ਚਿੱਤਰਾਂ ਨੂੰ ਸਾਹਮਣੇ ਰੱਖ ਬਾਪ ਅਤੇ ਵਰਸੇ ਨੂੰ ਯਾਦ ਕਰਨਾ ਹੈ। ਵਰਦਾਨ, ਨਿਰਬਲ ਆਤਮਾਵਾਂ ਵਿੱਚ ਸ਼ਕਤੀਆਂ ਦਾ ਫੋਰਸ ਭਰਨ ਵਾਲੇ ਗਿਆਨ ਦਾਤਾ ਸੋ ਵਰਦਾਤਾ ਭਵ। ਵਰਤਮਾਨ ਸਮੇਂ ਨਿਰਬਲ ਆਤਮਾਵਾਂ ਵਿੱਚ ਇੰਨੀ ਸ਼ਕਤੀ ਨਹੀਂ ਹੈ ਜੋ ਜੰਪ ਦੇ ਸਕਣ। ਉਹਨਾਂ ਨੂੰ ਐਕਸਟਰਾ ਫੋਰਸ ਚਾਹੀਦਾ ਹੈ। ਤਾਂ ਤੁਸੀਂ ਵਿਸ਼ੇਸ਼ ਆਤਮਾਵਾਂ ਨੂੰ ਆਪਣੇ ਵਿੱਚ ਵਿਸ਼ੇਸ਼ ਸ਼ਕਤੀ ਭਰ ਕੇ ਉਹਨਾਂ ਨੂੰ ਹਾਈ ਜੰਪ ਦਿਵਾਉਣਾ ਹੈ। ਇਸ ਦੇ ਲਈ ਗਿਆਨ ਦਾਤਾ ਦੇ ਨਾਲ ਨਾਲ ਸ਼ਕਤੀਆਂ ਦੇ ਵਰਦਾਤਾ ਬਣੋ। ਰਚయిਤਾ ਦਾ ਪ੍ਰਭਾਵ ਰਚਨਾ ਤੇ ਪੈਂਦਾ ਹੈ। ਇਸ ਲਈ ਵਰਦਾਨੀ ਬਣ ਕੇ ਆਪਣੀ ਰਚਨਾ ਨੂੰ ਸਰਵ ਸ਼ਕਤੀਆਂ ਦਾ ਵਰਦਾਨ ਦੇਵੋ। ਹੁਣ ਇਸੇ ਸੇਵਾ ਦੀ ਜ਼ਰੂਰਤ ਹੈ। ਸਲੋਗਨ ਹੈ, ਸਾਖਸ਼ੀ ਹੋ ਕੇ ਹਰ ਖੇਲ ਦੇਖੋ ਤਾਂ ਸੇਫ ਵੀ ਰਹੋਗੇ ਅਤੇ ਮਜ਼ਾ ਵੀ ਆਵੇਗਾ। ਅੱਛਾ, ਓਮ ਸ਼ਾਂਤੀ।